वाहिगुरू जी का खालसा वाहिगुरू जी की फतेह जी। अज गल करांगे जथेदार श्री अकाल तख्त साहिब ਗਿਆਨੀ ਹਰਪ੍ਰੀਤ ਸਿੰਘ ਹੋਰਾਂ ਵੱਲੋਂ ਹੋਏ ਜਾਰੀ ਫਰਮਾਨ ਦੀ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਕਿ ਹਾਰਮੋਨੀਅਮ ਨਾਲ ਕੀਰਤਨ ਬੰਦ ਹੋਣਾ ਚਾਹੀਦਾ ਆ ਕਿਉਂਕਿ ਇਹ ਵਿਦੇਸ਼ੀ ਸਾਜ਼ ਆ ਔਰ ਤੰਤੀ ਸਾਜ਼ਾਂ ਨਾਲ ਕੀਰਤਨ ਹੋਣਾ ਚਾਹੀਦਾ ਆ। ਇਹ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ ਕਿ ਤੰਤੀ ਸਾਜ਼ਾਂ ਨਾਲ ਕੀਰਤਨ ਹੋਣਾ ਚਾਹੀਦਾ ਆ, ਸਾਡੀ ਪਰੰਪਰਾ ਹੈ। ਮੁਸ਼ਕਿਲ ਦੀ ਗੱਲ ਇਹ ਹੈ ਕਿ ਜਦੋਂ ਅਸੀਂ ਇਹ ਬਹਾਨਾ ਲਾਉਂਦੇ ਹਾਂ ਕਿ ਇਹ ਵਿਦੇਸ਼ੀ ਸਾਜ਼ ਹੈ, ਤਾਂ ਫਿਰ ਸਾਨੂੰ ਇਹ ਵੀ ਦੇਖਣਾ ਪਵੇਗਾ ਕਿ ਰਬਾਬ ਵੀ ਈਰਾਨ ਦੇ ਵਿੱਚੋਂ ਆਈ ਹੈ। ਬਹੁਤ ਸਾਰੇ ਸਾਜ਼ ਜਾਂ ਹਿੰਦੂ ਸੰਸਕ੍ਰਿਤੀ ਦੇ ਵਿੱਚੋਂ ਆਏ ਨੇ ਜਾਂ ਇਸਲਾਮ ਵਿੱਚੋਂ ਭਾਰਤ ਵਿੱਚ ਆਏ ਨੇ। ਤਬਲਾ ਵੀ ਸਿੱਖ ਪਰੰਪਰਾਵਾਂ ਦਾ ਹਿੱਸਾ ਨਹੀਂ ਹੈ। ਪੁਰਾਤਨ ਸਮੇਂ ਵਿੱਚ ਜੋੜੀ, ਸਿਰੰਦਾ, ਦਿਲਰੂਬਾ, ਇਹਨਾਂ ਸਾਜ਼ਾਂ ਦੇ ਨਾਲ ਕੀਰਤਨ ਹੁੰਦਾ ਸੀ, ਰਬਾਬ ਨਾਲ ਕੀਰਤਨ ਹੁੰਦਾ ਸੀ। ਸੋ ਜਥੇਦਾਰ ਹੋਰਾਂ ਨੇ ਇਹ ਜਿਹੜਾ ਹੁਕਮ ਲਾਇਆ ਆ ਕਿ ਥੋੜੇ ਮਹੀਨਿਆਂ ਵਿੱਚ ਕੀਰਤਨ ਬਿਲਕੁਲ ਹਾਰਮੋਨੀਅਮ ਨਾਲ ਨਹੀਂ ਹੋਏਗਾ, ਮੈਂ ਸਮਝਦਾ ਹਾਂ ਕਿ ਸ਼ਾਇਦ ਇਹ ਇੱਕ ਪਾਸੜ ਫੈਸਲਾ ਹੈ। ਪਿਛਲੇ ਲੰਮੇ ਸਮੇਂ ਤੋਂ ਜਥੇਦਾਰਾਂ ਦੇ ਫੈਸਲੇ ਤਕਰੀਬਨ ਇੱਕ ਪੱਖੇ ਜਾਂ ਉਹ ਬਹੁਤ ਛੋਟੇ ਗਿਆਨ ਵਿੱਚੋਂ ਪੈਦਾ ਹੋਏ ਲੱਗਦੇ ਨੇ। ਜਥੇਦਾਰ ਹਰਪ੍ਰੀਤ ਸਿੰਘ ਹੋਰੀ ਕਿਉਂਕਿ ਪੜ੍ਹੇ ਲਿਖੇ ਨੇ, ਇਸ ਕਰਕੇ ਮੈਂ ਆਸ ਕਰਦਾ ਸੀ ਕਿ ਇਹ ਸਾਰੀਆਂ ਧਿਰਾਂ ਨੂੰ ਹੋਏ ਇਕੱਤਰ ਮਿਲੋ ਮੇਰੇ ਭਾਈ ਵਾਲੀ ਅਵਸਥਾ 'ਚ ਲਿਆਉਣਗੇ। ਪਰ ਜਿਸ ਤਰੀਕੇ ਦੇ ਨਾਲ ਪਿਛਲੇ ਸਮੇਂ ਤੋਂ ਫੈਸਲੇ ਆ ਰਹੇ ਨੇ, ਉੱਥੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜੇ ਤੁਸੀਂ ਇਸ ਤਰ੍ਹਾਂ ਦਾ ਫਰਮਾਨ ਜਾਰੀ ਕਰਨਾ ਸੀ ਤਾਂ ਪਹਿਲੋਂ ਰਾਗੀ ਸਿੰਘਾਂ ਨੂੰ ਤੁਸੀਂ ਕੋਲ ਬਿਠਾਉਣਾ ਸੀ। ਭਾਈ ਹਰਜਿੰਦਰ ਸਿੰਘ ਜੀ ਨੂੰ ਖਿਤਾਬ ਮਿਲਿਆ ਹੋਇਆ ਹੈ ਭਾਈ ਸਾਹਿਬ ਜੀ ਦਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ। ਭਾਈ ਗੁਰਮੇਲ ਸਿੰਘ ਜੀ ਸਾਬਕਾ ਰਾਗੀ ਨੇ, ਹੋਰ ਬਹੁਤ ਸਾਰੇ ਸਾਬਕਾ ਹਜ਼ੂਰੀ ਰਾਗੀ ਨੇ। ਜੇ ਉਹਨਾਂ ਨਾਲ ਤੁਸੀਂ ਇੱਕ ਮੀਟਿੰਗ ਕਰਦੇ ਤਾਂ ਮੀਟਿੰਗ ਕਰਕੇ ਦੱਸਦੇ ਕਿ ਅਸੀਂ ਚਾਹੁੰਦੇ ਹਾਂ ਕਿ ਪੁਰਾਤਨ ਢੰਗ ਦੇ ਨਾਲ ਕੀਰਤਨ ਹੋਵੇ, ਤੰਤੀ ਸਾਜ਼ਾਂ ਦੇ ਨਾਲ ਕੀਰਤਨ ਹੋਵੇ, ਤਾਂ ਉੱਥੇ ਗੱਲਬਾਤ ਹੁੰਦੀ ਤਾਂ ਸ਼ਾਇਦ ਤੁਹਾਨੂੰ ਉਹ ਸੋਹਣੇ ਤਰੀਕੇ ਨਾਲ ਸੁਝਾਅ ਕਰਦੇ ਤਾਂ ਤੁਸੀਂ ਉਹ ਫਰਮਾਨ ਜਾਰੀ ਕਰਦੇ। ਪਰ ਜਿਸ ਤਰੀਕੇ ਨਾਲ ਇਹ ਫਰਮਾਨ ਜਾਰੀ ਹੋਇਆ, ਮੈਨੂੰ ਲੱਗਦਾ ਕਿ ਪਿਛਲੇ ਸਮੇਂ ਵਿੱਚ ਸ਼੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਥਿਆਂ ਨੇ ਆਪ ਜੀ ਦੇ ਫੈਸਲਿਆਂ ਤੇ ਕਿੰਤੂ ਕੀਤਾ। ਇਸ ਕਰਕੇ ਤੁਸੀਂ ਇਹ ਲੱਗਦਾ ਹੈ ਕਿ ਬਦਲਾਖੋਰੀ ਦੀ ਨੀਤੀ ਅਪਣਾਈ ਜਾ ਰਹੀ ਹੈ। ਚਾਹੀਦਾ ਇਹ ਹੈ ਕਿ ਸਭ ਤੋਂ ਪਹਿਲਾਂ ਜਿੰਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਮਤਿ ਸੰਗੀਤ ਸਕੂਲ ਚਲਾਏ ਜਾ ਰਹੇ ਨੇ, ਉਹਨਾਂ ਦੇ ਵਿੱਚ ਤੰਤੀ ਸਾਜ਼ਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ। ਹਾਰਮੋਨੀਅਮ ਵਰਤਿਆ ਜਾਵੇ, ਮਾੜੀ ਗੱਲ ਨਹੀਂ। ਜੇ ਤੁਸੀਂ ਤੰਤੀ ਸਾਜ਼ਾਂ ਨੂੰ ਪ੍ਰੋਹਿਤ ਕਰਨਾ ਤੇ ਉਹਨਾਂ ਰਾਗੀ ਸਿੰਘਾਂ ਨੂੰ ਵੱਧ ਪੇ ਦੇ ਕੇ ਉਹਨਾਂ ਨੂੰ ਹੋਰ ਪ੍ਰੋਤਸਾਹਿਤ ਕਰਦੇ। ਪਰ ਅੱਜ ਤੁਸੀਂ ਹਾਰਮੋਨੀਅਮ ਨੂੰ ਬੰਦ ਕਰੋਗੇ, ਕੱਲ ਨੂੰ ਜਥੇਦਾਰ ਹੋ ਆਏਗਾ, ਉਹ ਕਹਿੰਦਾ ਤਬਲਾ ਵੀ ਸਾਡਾ ਨਹੀਂ ਹੈ, ਉਹ ਵੀ ਬੰਦ ਹੋ ਜਾਏਗਾ। ਸੋ ਇਸ ਤਰੀਕੇ ਦੇ ਨਾਲ ਇਹੋ ਜਿਹੇ ਫੈਸਲੇ ਸੰਬੰਧਿਤ ਧਿਰ ਨਾਲ ਬੈਠ ਕੇ ਮੀਟਿੰਗ ਕਰਨ ਤੋਂ ਬਾਅਦ ਹੀ ਲਏ ਜਾਣੇ ਚਾਹੀਦੇ ਹਨ। ਦੂਸਰੀ ਗੱਲ, ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰਾਂ ਤੇ ਬਹੁਤੇ ਲੰਮੇ ਸਮੇਂ ਤੋਂ ਇਹ ਪ੍ਰਭਾਵ ਰਿਹਾ ਹੈ ਕਿ ਉਹ ਧਿਰਾਂ ਜਿਹੜੀਆਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਨਹੀਂ ਮੰਨਦੀਆਂ, ਉਹ ਲਗਾਤਾਰ ਜਥੇਦਾਰ ਨੂੰ ਪ੍ਰੈਸ਼ਰਾਈਜ਼ ਕਰਕੇ ਆਪਣੇ ਫੈਸਲੇ ਕਰਾਉਂਦੀਆਂ ਨੇ। ਕਿੰਨਾ ਚੰਗਾ ਹੋਵੇ ਜੇ ਕੌਮ ਦੀ ਇਕਸਾਰਤਾ ਲਈ, ਜੇ ਪੰਥਕ ਏਕਤਾ ਦੇ ਲਈ ਤੁਸੀਂ ਉਹਨਾਂ ਧਿਰਾਂ ਨੂੰ ਜਿਹੜੀਆਂ ਤੁਹਾਡੇ ਲਾਗੇ ਤਾਂ ਬੈਠਦੀਆਂ ਨੇ ਪਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਤੋਂ ਮੁਨਕਰ ਨੇ, ਕਿੰਨਾ ਚੰਗਾ ਹੋਵੇ ਉਹਨਾਂ ਨੂੰ ਇਹ ਹੁਕਮ ਜਾਰੀ ਕਰੋ ਕਿ ਤੁਸੀਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਮੰਨਣਾ ਸ਼ੁਰੂ ਕਰੋ, ਤਾਂ ਕਿ ਵੱਖ-ਵੱਖ ਮਰਿਆਦਾ ਦੀ ਜਗ੍ਹਾ ਤੇ ਪੰਥ ਦੀ ਇੱਕ ਮਰਿਆਦਾ ਹੋਵੇ। ਸੋ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੁਸੀਂ ਆਦੇਸ਼ ਜਾਰੀ ਕਰੋ ਕਿ ਤੁਹਾਡੇ ਸਾਰੇ ਕਾਲਜਾਂ ਵਿੱਚ ਹੁਣ ਤੋਂ ਤੰਤੀ ਸਾਜ਼ਾਂ ਨਾਲ ਕੀਰਤਨ ਸਿਖਾਇਆ ਜਾਏਗਾ। ਜਿਹੜੇ ਤੰਤੀ ਸਾਜ਼ਾਂ ਨਾਲ ਕੀਰਤਨ ਕਰਦੇ ਨੇ ਉਹਨਾਂ ਦਾ ਪੇ ਸਕੇਲ ਥੋੜਾ ਵਧਾ ਦਿਓ। ਪਰ ਜਿਸ ਤਰੀਕੇ ਨਾਲ ਹਾਰਮੋਨੀਅਮ ਤੇ ਰੋਕ ਲਾਈ ਜਾ ਰਹੀ ਆ, ਜਿਸ ਤਰੀਕੇ ਨਾਲ ਪਿਛਲੇ ਸਮੇਂ 'ਚ ਮੋਬਾਈਲ ਤੋਂ ਸ਼ਬਦ ਪੜ੍ਹਨ ਦੀ ਰੋਕ ਲਾਈ ਗਈ ਸੀ, ਉਹਦੇ ਬਾਰੇ ਤੁਹਾਨੂੰ ਸੋਚਣਾ ਪਵੇਗਾ ਤੇ ਆਪਣਾ ਆਦੇਸ਼ ਵਾਪਸ ਲੈ ਕੇ ਸਾਬਕਾ ਹਜ਼ੂਰੀ ਰਾਗੀ ਨੇ, ਪੰਥ ਦੇ ਮਹਾਨ ਕੀਰਤਨੀਏ ਨੇ, ਇੱਥੋਂ ਤੱਕ ਸੰਤ ਸਮਾਜ, ਇੱਥੋਂ ਤੱਕ ਜਿਹੜੇ ਧਾਰਨਾ ਨਾਲ ਕੀਰਤਨ ਕਰਦੇ ਨੇ, ਉਹ ਸਾਰੇ ਹੀ ਹਾਰਮੋਨੀਅਮ ਦੀ ਵਰਤੋਂ ਕਰਦੇ ਨੇ ਤੇ 125 ਸਾਲ ਤੋਂ ਜ਼ਿਆਦਾ ਤੋਂ ਜਿਹੜਾ ਹੈ ਹਾਰਮੋਨੀਅਮ ਦੀ ਵਰਤੋਂ ਹੋ ਰਹੀ ਹੈ। ਸੋ ਬੇਨਤੀ ਕਰਾਂਗਾ ਜਥੇਦਾਰ ਸਾਹਿਬ ਨੂੰ ਕਿ ਇਹੋ ਜਿਹੇ ਹੁਕਮਨਾਮੇ ਜਾਰੀ ਨਾ ਕਰੋ ਜਿਹਦੇ ਨਾਲ ਅਕਾਲ ਤਖਤ ਸਾਹਿਬ ਜੀ ਦੀ ਮਾਨ ਮਰਿਆਦਾ ਘਟੇ, ਸਗੋਂ ਸੰਬੰਧਿਤ ਧਿਰਾਂ ਨਾਲ ਆਪ ਜਾ ਕੇ ਬਹਿ ਕੇ ਉਹਨਾਂ ਨਾਲ ਵਿਚਾਰ ਕਰਕੇ ਤੁਸੀਂ ਗੱਲਬਾਤ ਕਰੋ। ਇਹੋ ਜਿਹੇ ਫਰਮਾਨ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਘਟਾਉਂਦੇ ਨੇ। ਸੋ ਮੈਂ ਆਸ ਕਰਦਾ ਕਿ ਅੱਗੋਂ ਤੋਂ ਜਦੋਂ ਵੀ ਤੁਸੀਂ ਕੋਈ ਹੁਕਮ ਜਾਂ ਫਰਮਾਨ ਜਾਰੀ ਕਰੋਗੇ
ਪਹਿਲੋਂ ਉਸ ਦੀ ਤਹਿ ਤੱਕ ਜਾ ਕੇ ਉਹਨਾਂ ਸੰਬੰਧਿਤ ਧਿਰਾਂ ਨਾਲ ਬੈਠ ਕੇ ਗੱਲਬਾਤ ਕਰਕੇ ਫਿਰ ਕਰੋਗੇ। ਨਹੀਂ ਤੇ ਜਿਵੇਂ ਪਿਛਲੇ ਜਥੇਦਾਰ ਨੇ ਇਹ ਹੁਕਮ ਜਾਰੀ ਕੀਤਾ ਸੀ ਕਿ ਮੋਬਾਈਲ ਤੋਂ ਦੇਖ ਕੇ ਕੀਰਤਨ ਨਹੀਂ ਕਰਨਾ, ਉਹ ਕਿਸੇ ਨੇ ਵੀ ਨਹੀਂ ਮੰਨਿਆ ਤੇ ਉਹ ਹੁਕਮ ਦੀ ਕੋਈ ਵੈਲਿਊ ਨਹੀਂ ਰਹਿ ਗਈ। ਹੌਲੀ ਹੌਲੀ ਪਿਛਲੇ 10 ਕੁ ਸਾਲਾਂ 'ਚ ਇਹੋ ਜਿਹੇ ਹੁਕਮਨਾਮੇ ਜਾਰੀ ਹੋਏ ਜਿਨ੍ਹਾਂ ਦੀ ਕੋਈ ਪਰਵਾਹ ਨਹੀਂ ਕਰਦਾ। ਸ਼ਾਇਦ ਜਥੇਦਾਰਾਂ ਨੂੰ ਉਹਦਾ ਫਰਕ ਪਵੇ ਨਾ ਪਵੇ, ਪਰ ਕੌਮੀ ਤੌਰ ਤੇ ਕੌਮ ਦੀ ਜਿਹੜੀ ਕੇਂਦਰੀ ਸਥਾਨ, ਕੇਂਦਰੀ ਧੁਰਾ ਹੈ ਸਾਡਾ ਅਕਾਲ ਤਖਤ ਸਾਹਿਬ, ਉਹਦੀ ਮਨ ਮਰਿਆਦਾ ਘਟਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।